ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 30ਵਾਂ। ਸੰਤ ਫਤਿਹ ਸਿੰਘ ਨੇ ਨਹਿਰੂ ਜਾਈ ਦੀ ਇਸ ਛਲਾਵੇ ਭਰੀ ਚਾਲ ਨੂੰ ਪਛਾਣਨ ਵਿੱਚ ਕੋਈ ਖਤਾ ਨਾ ਖਾਧੀ ਅਤੇ ਆਪਣੇ ਜਵਾਬੀ ਪੱਤਰ ਵਿੱਚ ਗੱਲਬਾਤ ਦੀ ਪੇਸ਼ਕਸ਼ ਦੋ ਟੁਕ ਰੂਪ 'ਚ ਠੁਕਰਾ ਦਿੱਤੀ। ਪਰ ਪੰਜਾਬ ਦੀਆਂ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੇ ਪੰਜਾਬੀ ਸੂਬੇ ਦੀ ਸਥਾਪਨਾ ਦਾ ਰਾਹ ਬੰਦ ਕਰਨ ਲਈ ਆਪਣੀ ਵਾਹ ਲਾਉਣੀ ਜਾਰੀ ਰੱਖੀ। ਲੁਧਿਆਣਾ ਸ਼ਹਿਰ ਦੇ 40 ਹਿੰਦੂ ਸਨਅਤਕਾਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਲੀਮਾਨੀ ਕਮੇਟੀ ਦੇ ਚੇਅਰਮੈਨ ਨੂੰ ਭੇਜੀ ਇੱਕ ਤਾਰ ਰਾਹੀਂ ਖੁੱਲ੍ਹੇਆਮ ਇੱਕ ਧਮਕੀ ਦਿੱਤੀ। ਇਹ ਧਮਕੀ ਦਿੱਤੀ ਕਿ ਜੇਕਰ ਪੰਜਾਬੀ ਸੂਬੇ ਦੀ ਤਜਵੀਜ਼ ਉੱਤੇ ਅਮਲ ਕੀਤਾ ਗਿਆ ਤਾਂ ਉਹ ਆਪਣੇ ਕਾਰੋਬਾਰ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਲਈ ਮਜਬੂਰ ਹੋ ਜਾਣਗੇ। ਭਾਰਤੀ ਜਨਸੰਘ ਦੀ ਪੰਜਾਬ ਇਕਾਈ ਦੇ ਪ੍ਰਧਾਨ ਯੱਗਦੱਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਵਿਖੇ ਮਰਨ ਵਰਤ ਆਰੰਭ ਕਰਨ ਦਾ ਐਲਾਨ ਕਰ ਦਿੱਤਾ। ਲਗਭਗ ਸਮੁੱਚੇ ਪੰਜਾਬੀ ਹਿੰਦੂ ਬੁੱਧੀਜੀਵੀ ਤੇ ਵਪਾਰੀ ਵਰਗ ਨੇ ਆਖਰੀ ਦਮ ਤੱਕ ਪੰਜਾਬੀ ਸੂਬੇ ਦਾ ਵਿਰੋਧ ਕਰਨਾ ਜਾਰੀ ਰੱਖਿਆ। ਸਿਰਫ ਅਤੇ ਸਿਰਫ ਇਸ ਕਾਰਨ ਕਰਕੇ ਕਿ ਪੰਜਾਬੀ ਸੂਬਾ ਬਣਨ ਨਾਲ ਸਿੱਖ ਆਪਣੀ ਭਾਰੀ ਵਸੋਂ ਦੇ ਜ਼ੋਰ ਤੇ ਪੰਜਾਬ ਅੰਦਰ ਰਾਜਸੀ ਤਾਕਤ ਹਾਸਲ ਕਰ ਲੈਣਗੇ। ਹਿੰਦੂ ਮਨ ਇੰਨਾ ਤੁਸਬੀ ਬਣ ਗਿਆ ਹੋਇਆ ਸੀ ਕਿ ਉਹ ਉਸ ਸਰਜ਼ਮੀਨ ਉੱਤੇ ਵੀ ਜਿੱਥੇ ਸਿੱਖ ਪੁਸ਼ਤਾਂ ਤੋਂ ਮਨੁੱਖੀ ਸ਼ਾਨ ਅਤੇ ਇਨਸਾਨੀ ਹੱਕਾਂ ਦੀ ਰਾਖੀ ਲਈ ਗੌਰਵਸ਼ਾਲੀ ਸੰਘਰਸ਼ ਤੇ ਕੁਰਬਾਨੀਆਂ ਦੀ ਲਾਸਾਨੀ ਗਾਥਾ ਲਿਖਦੇ ਆ ਰਹੇ ਹਨ, ਸਿੱਖਾਂ ਨੂੰ ਜਮਹੂਰੀ ਵਿਧੀ ਰਾਹੀਂ ਹਕੂਮਤੀ ਤਾਕਤ ਵਿੱਚ ਆਇਆ ਨਹੀਂ ਸੀ ਦੇਖ ਸਿਖਾਉਂਦਾ। ਇਹੋ ਹਿੰਦੂ ਜ਼ਹਿਨੀਅਤ ਦੀ ਸੀ ਜਿਸ ਨੇ ਪੰਜਾਬ ਅੰਦਰ ਫਿਰਕੂ ਅਮਨ ਤੇ ਭਾਈਚਾਰੇ ਨੂੰ ਅਜਿਹੀ ਚੁਆਤੀ ਲਾਈ ਕਿ ਸੁਖੀ ਸਾਂਦੀ ਵਸਦਾ ਪੰਜਾਬ ਕੁਝ ਸਾਲਾਂ ਬਾਅਦ ਇੱਕ ਲੱਟ ਬਲਦੇ ਸਿਵੇ ਵਿੱਚ ਤਬਦੀਲ ਹੋ ਕੇ ਰਹਿ ਗਿਆ। ਫਿਰ ਵੀ ਪੰਜਾਬੀ ਸੂਬੇ ਦੀ ਹੋਣੀ ਦਾ ਫੈਸਲਾ ਪਾਰਲੀਮਾਨੀ ਸਲਾਹਕਾਰ ਕਮੇਟੀ ਦੇ ਹੱਥਾਂ ਵਿੱਚ ਆ ਜਾਣ ਸਦਕਾ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਦੇ ਸਾਰੇ ਅੜਕਾ ਡਾਹੂ ਯਤਨ ਨਾਕਾਮ ਹੋ ਕੇ ਰਹਿ ਗਏ। ਪਾਰਲੀਮਾਨੀ ਕਮੇਟੀ ਜੋ ਕਿ ਇੱਕ ਖੁਦ ਮੁਖਤਿਆਰ ਸੰਸਥਾ ਸੀ ਉੱਤੇ ਸਰਕਾਰ ਦਾ ਕੋਈ ਜ਼ੋਰ ਨਹੀਂ ਸੀ ਚੱਲ ਸਕਦਾ। ਜਦ ਕੇਂਦਰ ਸਰਕਾਰ ਨੂੰ ਇਹ ਨਿਸ਼ਚਾ ਹੋ ਗਿਆ ਕਿ ਪਾਰਲੀਮਾਨੀ ਕਮੇਟੀ ਪੰਜਾਬੀ ਸੂਬੇ ਦੀ ਸਥਾਪਨਾ ਦੇ ਪੱਖ ਵਿੱਚ ਨਿਰਣਾ ਦੇਣ ਜਾ ਰਹੀ ਹੈ ਅਤੇ ਸਰਕਾਰ ਲਈ ਪਾਰਲੀਮੈਂਟ ਦੀ ਮਨਜ਼ੂਰੀ ਤੋਂ ਬਗੈਰ ਇਸ ਨਿਰਣੇ ਨੂੰ ਉਲੱਦਣਾ ਨਾਮੁਮਕਿਨ ਹੋ ਜਾਵੇਗਾ, ਤਾਂ ਕਾਂਗਰਸੀ ਆਗੂਆਂ ਨੇ ਕੋਈ ਵੀ ਚਾਰਾ ਚੱਲਦਾ ਨਾ ਦੇਖ ਕੇ ਵਿਰੋਧੀ ਪਾਰਟੀਆਂ ਨੂੰ ਲਾਹਾ ਲੈਣ ਤੋਂ ਵਰਜਣ ਦੇ ਉਦੇਸ਼ ਨਾਲ ਪੰਜਾਬੀ ਸੂਬੇ ਬਾਰੇ ਸਮੁੱਚੀ ਪਹਿਲ ਕਦਮੀ ਆਪਣੇ ਹੱਥ ਵਿੱਚ ਲੈਣ ਦਾ ਨਿਰਣਾ ਕਰ ਲਿਆ। ਕਾਂਗਰਸ ਪਾਰਟੀ ਦੀ ਵਰਕਿੰਗ ਕਮੇਟੀ ਨੇ ਸ੍ਰੀ ਕਾਮਰਾਜ ਦੀ ਪ੍ਰਧਾਨਗੀ ਹੇਠ 9 ਮਾਰਚ 1966 ਨੂੰ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਪੰਜਾਬੀ ਸੂਬਾ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ। ਇਸ ਨਾਲ ਪੰਜਾਬ ਦਾ ਹਿੰਦੂ ਤਬਕਾ ਕਾਂਗਰਸੀ ਆਗੂਆਂ ਵਿਰੁੱਧ ਅੱਗ ਬਬੂਲਾ ਉੱਠਿਆ। ਆਰੀਆ ਸਮਾਜ ਅਤੇ ਜਨਸੰਘ ਦੀ ਰਹਿਨੁਮਾਈ ਤੇ ਪ੍ਰੇਰਨਾ ਹੇਠ ਸਮੁੱਚੇ ਪੰਜਾਬ ਅੰਦਰ ਖਾਸ ਕਰਕੇ ਸ਼ਹਿਰੀ ਕੇਂਦਰਾਂ ਅੰਦਰ ਹਿੰਦੂ ਤਾਕਤਾਂ ਨੇ ਉਦਮੂਲ ਮਚਾ ਦਿੱਤਾ। ਵੱਡੀ ਪੱਧਰ ਤੇ ਸਰਕਾਰੀ ਜਾਇਦਾਦ ਦੀ ਭੰਨ ਤੋੜ ਤੇ ਸਾੜ ਫੂਕ ਤੋਂ ਇਲਾਵਾ ਅਰਥੀ ਸਾੜ ਮੁਜ਼ਾਹਰਿਆਂ ਤੇ ਫਿਰਕੂ ਸਿਆਪਿਆਂ ਦੇ ਅਜਿਹਾ ਹਿੰਸਕ ਮਾਹੌਲ ਸਿਰਜ ਦਿੱਤਾ ਕਿ ਪਾਣੀਪਤ ਵਿਖੇ ਕ੍ਰੋਧਮਾਨ ਹੋਈ ਹਿੰਦੂ ਭੀੜ ਨੇ 3 ਕਾਂਗਰਸੀ ਕਾਰਕੁਨਾਂ ਨੂੰ ਜਿਉਂਦਿਆਂ ਹੀ ਅੱਗ ਲਾ ਕੇ ਸਾੜ ਦਿੱਤਾ। ਇੰਨਾ ਅਸ਼ਲੀਲ ਧਮੱਚੜ ਪੰਜਾਬ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਬਿਫਰੇ ਹੋਏ ਹਿੰਦੂ ਹਜੂਮਾਂ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਜੋ ਲੱਚਰ ਗਾਲ ਵਾਹੀ
ਅਤੇ ਕੰਧਾਂ ਉੱਤੇ ਜੋ ਗੈਰ ਤਹਿਜ਼ੀਬ ਯਾਫਤਾ ਨਾਅਰੇ ਲਿਖੇ, ਉਸ ਚੋਂ ਹਿੰਦੂ ਮਨ ਦੇ ਅੰਦਰ ਸ਼ਿਸ਼ਟਾ ਦੀ ਮਹੀਨ ਪਰਤ ਹੇਠ ਦੱਬੀ ਕਰੂਪਤਾ ਆਪਣੇ ਅਸਲੀ ਰੰਗ ਵਿੱਚ ਪ੍ਰਗਟ ਹੋ ਉੱਠੀ। ਪਰ ਪੰਜਾਬੀ ਸੂਬੇ ਦੀ ਮੰਗ ਦੀ ਪੂਰਤੀ ਦਾ ਅਮਲ ਇੰਨਾ ਵੇਗ ਫੜ ਚੁੱਕਾ ਸੀ ਕਿ ਉਸ ਨੂੰ ਸਿੱਧੇ ਰੂਪ ਵਿੱਚ ਡੱਕ ਸਕਣਾ ਹਿੰਦੂ ਹਾਕਮਾਂ ਜਾਂ ਹਿੰਦੂ ਤਾਕਤਾਂ ਦੇ ਵੱਸ ਦੀ ਗੱਲ ਨਹੀਂ ਸੀ ਰਹਿ ਗਈ। ਪਾਰਲੀਮਾਨੀ ਕਮੇਟੀ ਨੇ ਆਪਣੀ ਰਿਪੋਰਟ 18 ਮਾਰਚ ਨੂੰ ਪੇਸ਼ ਕਰ ਦਿੱਤੀ, ਜਿਸ ਵਿੱਚ ਉਸਨੇ 1957 ਦੇ ਖੇਤਰੀ ਫਾਰਮੂਲੇ ਅਧੀਨ ਨਿਰਧਾਰਿਤ ਕੀਤੇ ਪੰਜਾਬੀ ਖੇਤਰ ਨੂੰ ਪੰਜਾਬੀ ਭਾਸ਼ਾਈ ਰਾਜ ਦਾ ਰੂਪ ਦੇਣ, ਹਿੰਦੀ ਖੇਤਰ ਨੂੰ ਹਰਿਆਣਾ ਪ੍ਰਾਂਤ ਕਰਾਰ ਦੇਣ ਅਤੇ ਪਹਾੜੀ ਇਲਾਕੇ ਨੂੰ ਹਿਮਾਚਲ ਨਾਲ ਜੋੜਨ ਦੀ ਸਿਫਾਰਿਸ਼ ਕੀਤੀ ਅਤੇ ਨਾਲ ਹੀ ਤਿੰਨਾਂ ਰਾਜਾਂ ਦੀਆਂ ਆਪਸੀ ਸਰਹੱਦਾਂ ਦੀ ਅੰਤਮ ਨਿਸ਼ਾਨਦੇਹੀ ਲਈ ਤੁਰੰਤ ਮਾਹਰਾਂ ਦੀ ਇੱਕ ਕਮੇਟੀ ਨਿਯੁਕਤ ਕਰਨ ਲਈ ਕਿਹਾ। ਭਾਰਤ ਸਰਕਾਰ ਕੋਲ ਪਾਰਲੀਮਾਨੀ ਕਮੇਟੀ ਦੀਆਂ ਇਨ੍ਹਾਂ ਸਿਫਾਰਿਸ਼ਾਂ ਨੂੰ ਪ੍ਰਵਾਨ ਕਰਨ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਸੀ। ਸੋ ਕੇਂਦਰੀ ਵਜ਼ਾਰਤ ਨੇ 21 ਮਾਰਚ ਨੂੰ ਕਮੇਟੀ ਦੀਆਂ ਇਹ ਸਿਫਾਰਿਸ਼ਾਂ ਮੂਲ ਰੂਪ ਵਿੱਚ ਪ੍ਰਵਾਨ ਕਰ ਲਈਆਂ ਅਤੇ ਗ੍ਰਹਿ ਮੰਤਰੀ ਨੇ 17 ਅਪ੍ਰੈਲ ਨੂੰ ਲੋਕ ਸਭਾ ਅੰਦਰ ਉਸ ਕਮਿਸ਼ਨ ਲਈ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ, ਜਿਸ ਨੇ ਪੰਜਾਬੀ ਅਤੇ ਹਿੰਦੀ ਬੋਲਦੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਨੀ ਸੀ। ਕੇਂਦਰ ਸਰਕਾਰ ਨੇ ਕਮਿਸ਼ਨ ਨੂੰ ਇਸ ਮਕਸਦ ਲਈ 1961 ਦੀ ਮਰਦਮਸ਼ੁਮਾਰੀ ਦਾ ਆਧਾਰ ਬਣਾਉਣ ਲਈ ਹਦਾਇਤ ਦਿੱਤੀ। ਇਸ ਨਾਲ ਹਿੰਦੂ ਹਾਕਮਾਂ ਦੀ ਸਿੱਖ ਦੁਸ਼ਮਣ ਸੋਚਣੀ 7 ਪਰਦੇ ਪਾੜ ਕੇ ਬਾਹਰ ਆ ਗਈ। ਇਹ ਗੱਲ ਪੰਜਾਬ ਦੇ ਦੁੱਧ ਚੁੰਗਦੇ ਬੱਚਿਆਂ ਨੂੰ ਵੀ ਪਤਾ ਸੀ ਕਿ 1961 ਦੀ ਮਰਦਮਸ਼ੁਮਾਰੀ ਅੰਦਰ ਪੰਜਾਬੀ ਹਿੰਦੂਆਂ ਦੇ ਵੱਡੇ ਵਰਗ ਨੇ ਫਿਰਕੂ ਸੋਚਣੀ ਦੇ ਅਸਰ ਹੇਠ ਬੱਜਰ ਝੂਠ ਬੋਲਦਿਆਂ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ ਸੀ। ਇਸ ਦੇ ਬਾਵਜੂਦ 1961 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਉਣ ਦਾ ਨਿਰਣਾ ਕਰਨ ਦਾ ਮਤਲਬ ਪੰਜਾਬ ਨਾਲ ਅਨਿਆਂ ਕਰਕੇ ਹਰਿਆਣੇ ਦੀ ਤਰਫਦਾਰੀ ਕਰਨਾ ਸੀ, ਜਿਸ ਦੀ ਇਸ ਤੋਂ ਬਿਨਾਂ ਹੋਰ ਕੋਈ ਵੀ ਵਜ੍ਹਾ ਨਹੀਂ ਸੀ ਕਿ ਭਾਰਤ ਹਾਕਮਾਂ ਦੀਆਂ ਨਜ਼ਰਾਂ ਵਿੱਚ ਪੰਜਾਬ ਸਿੱਖਾਂ ਦਾ ਤੇ ਹਰਿਆਣਾ ਹਿੰਦੂਆਂ ਦਾ ਘਰ ਬਣਨ ਜਾ ਰਿਹਾ ਸੀ ਅਤੇ ਕੇਂਦਰੀ ਹਾਕਮ ਹਿੰਦੂਆਂ ਨੂੰ ਆਪਣੇ ਤੇ ਸਿੱਖਾਂ ਨੂੰ 7 ਬਗਾਨੇ ਸਮਝਣ ਦੀ ਫਿਰਕੂ ਧਾਰਨਾ ਦੇ ਮੁਰੀਦ ਜਾਂ ਮਰੀਜ਼ ਸਨ। ਅਕਾਲੀ ਦਲ ਦੇ ਦੋਨੋਂ ਧੜਿਆਂ ਸਮੇਤ ਪੰਜਾਬ ਦੇ ਸਮੁੱਚੇ ਸਿੱਖ ਭਾਈਚਾਰੇ ਨੇ ਕੇਂਦਰੀ ਹਾਕਮਾਂ ਦੀ ਇਸ ਫਿਰਕੂ ਪਹੁੰਚ ਦਾ ਇੱਕ ਜ਼ੁਬਾਨ ਹੋ ਕੇ ਵਿਰੋਧ ਕੀਤਾ। ਇੱਥੋਂ ਤੱਕ ਕਿ ਪੰਜਾਬ ਦੇ ਕਾਂਗਰਸੀ ਸਿੱਖ ਵਜ਼ੀਰਾਂ ਨੇ ਵੀ 1961 ਦੀ ਮਰਦਮਸ਼ੁਮਾਰੀ ਨੂੰ ਆਧਾਰ ਬਣਾਉਣ ਦੀ ਕਰੜੀ ਮੁਖਾਲਫਤ ਕੀਤੀ। ਪਰ ਭਾਰਤੀ ਹਾਕਮ ਕਿਉਂਕਿ ਇੱਕ ਗਿਣੀ ਮਿਥੀ ਯੋਜਨਾ ਅਨੁਸਾਰ ਚੱਲ ਰਹੇ ਸਨ, ਇਸ ਕਰਕੇ ਉਹਨਾਂ ਸਿੱਖ ਭਾਈਚਾਰੇ ਦੇ ਜ਼ੋਰਦਾਰ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ 23 ਅਪ੍ਰੈਲ ਨੂੰ ਕਮਿਸ਼ਨ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਦੇ ਇੱਕ ਜੱਜ ਜੇ.ਸੀ. ਸ਼ਾਹ ਦੀ ਪ੍ਰਧਾਨਗੀ ਹੇਠ 3 ਮੈਂਬਰੀ ਕਮਿਸ਼ਨ ਨੇ ਨਿਰਧਾਰਿਤ ਸ਼ਰਤਾਂ ਅਨੁਸਾਰ ਆਪਣਾ ਕੰਮ ਸ਼ੁਰੂ ਕਰ ਦਿੱਤਾ। ਕਮਿਸ਼ਨ ਬਾਰੇ 2 ਤੱਥ ਬੜੇ ਮਹੱਤਵਪੂਰਨ ਹਨ ਤੇ ਭਾਵਪੂਰਨ ਵੀ। ਇੱਕ ਤਾਂ ਇਹ ਕਿ ਕਮਿਸ਼ਨ ਦੇ 3 ਮੈਂਬਰਾਂ ਚੋਂ ਕਿਸੇ ਨੂੰ ਵੀ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ। ਪਾਰਲੀਮਾਨੀ ਕਮੇਟੀ ਦੇ ਭਾਸ਼ਾਈ ਹੱਦਾਂ ਦੀ ਨਿਸ਼ਾਨਦੇਹੀ ਕਰਨ ਲਈ ਮਾਹਰਾਂ ਦੀ ਕਮੇਟੀ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਸੋ ਪਾਰਲੀਮਾਨੀ ਕਮੇਟੀ ਨੇ ਭਾਸ਼ਾਈ ਹੱਦਾਂ ਦੀ ਨਿਸ਼ਾਨਦੇਹੀ ਕਰਨ ਲਈ ਮਾਹਰਾਂ ਦੀ ਕਮੇਟੀ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ, ਪਰੰਤੂ ਹਿੰਦੂ ਹਾਕਮਾਂ ਨੇ ਆਪਣੀਆਂ ਫਿਰਕੂ ਗਿਣਤੀਆਂ ਮਿਣਤੀਆਂ ਤਹਿਤ ਪਾਰਲੀਮਾਨੀ ਕਮੇਟੀ ਦੀ ਇਸ ਯੋਗ ਸਿਫਾਰਿਸ਼ ਦੀ ਮੂਲ ਭਾਵਨਾ ਹੀ ਨਕਾਰ ਦਿੱਤੀ ਅਤੇ ਭਾਸ਼ਾਈ ਮਾਹਰਾਂ ਦਾ ਕੰਮ ਸਿਵਲ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ। ਕਮਿਸ਼ਨ ਦੇ ਅੰਦਰ ਜਸਟਿਸ ਸ਼ਾਹ ਤੋਂ ਇਲਾਵਾ 2 ਸੇਵਾ ਮੁਕਤ ਸਿਵਲ ਅਧਿਕਾਰੀ ਸ਼ਾਮਲ ਕੀਤੇ ਗਏ। ਦੂਜੀ ਗੱਲ ਇਹ ਕਿ ਪੰਜਾਬੀ ਖੇਤਰ ਦੇ ਹਿੰਦੂ ਵਰਗ ਨੇ ਆਪਣੇ ਆਪ ਨੂੰ ਸ਼ਾਹ ਕਮਿਸ਼ਨ ਦੇ ਅੱਗੇ ਪੰਜਾਬ ਦੇ ਪੱਖ ਦੀ ਵਕਾਲਤ ਕਰਨ ਦੇ ਅਮਲ ਤੋਂ ਪੂਰੀ ਤਰ੍ਹਾਂ ਲਾਂਭੇ ਰੱਖਿਆ। ਇੱਥੋਂ ਤੱਕ ਕਿ ਪੰਜਾਬੀ ਖੇਤਰ ਨਾਲ ਸੰਬੰਧਿਤ ਹਿੰਦੂ ਵਜ਼ੀਰ ਨਾ ਤਾਂ ਉਸ ਵਫਦ ਵਿੱਚ ਸ਼ਾਮਲ ਹੋਏ ਜੋ ਪੰਜਾਬੀ ਖੇਤਰ ਦੇ ਵਜ਼ੀਰਾਂ ਦੀ ਤਰਫੋਂ
ਪੰਜਾਬ ਦਾ ਪੱਖ ਪੇਸ਼ ਕਰਨ ਲਈ ਕਮਿਸ਼ਨ ਅੱਗੇ ਪੇਸ਼ ਹੋਇਆ ਅਤੇ ਨਾ ਹੀ ਉਹਨਾਂ ਉਸ ਯਾਦ ਪੱਤਰ ਤੇ ਦਸਤਖਤ ਕੀਤੇ ਜੋ ਕਾਂਗਰਸੀ ਸਿੱਖ ਵਜ਼ੀਰ ਪੰਜਾਬੀ ਖੇਤਰ ਦੇ ਮੰਤਰੀਆਂ ਦੀ ਤਰਫੋਂ ਕਮਿਸ਼ਨ ਨੂੰ ਦੇਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਹੋਰ ਕੋਈ ਵੀ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਿ ਪੰਜਾਬੀ ਹਿੰਦੂ ਵਰਗ ਦੇ ਮਨ ਉੱਤੇ ਭਾਸ਼ਾਈ ਜਜ਼ਬੇ ਨਾਲੋਂ ਧਰਮ ਦਾ ਜਜ਼ਬਾ ਕਿਤੇ ਵੱਧ ਹਾਵੀ ਹੈ, ਜਿਸ ਕਰਕੇ ਉਹ ਹਿੰਦੂ ਪਹਿਲਾਂ ਤੇ ਪੰਜਾਬੀ ਬਾਅਦ ਵਿੱਚ ਹਨ। ਇਹ ਸੱਚਾਈ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਪੰਜਾਬੀਅਤ ਦੇ ਆਧਾਰ ਤੇ ਇਕਜੁੱਟ ਕਰਨ ਦੇ ਵਿਚਾਰ, ਜੋ ਕਿੰਨਾ ਵੀ ਨੇਕ ਕਿਉਂ ਨਾ ਹੋਵੇ, ਦਾ ਥੋਥ ਉਜਾਗਰ ਕਰ ਦਿੰਦੀ ਹੈ। ਸ਼ਾਹ ਕਮਿਸ਼ਨ ਨੇ 31 ਮਈ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ। ਇਸ ਰਿਪੋਰਟ ਦੇ ਅੰਦਰ ਕਿੰਨੇ ਹੀ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਅਤੇ ਹਿਮਾਚਲ ਦੀ ਝੋਲੀ ਪਾ ਦਿੱਤੇ ਗਏ। ਚੰਡੀਗੜ੍ਹ ਬਾਰੇ ਕਮਿਸ਼ਨ ਆਪਸ ਵਿੱਚ ਇੱਕ ਰਾਏ ਨਾ ਹੋ ਸਕਿਆ। ਇੱਕ ਮੈਂਬਰ ਸ਼੍ਰੀ ਸੂਬੀਮਲ ਦੱਤ ਚੰਡੀਗੜ੍ਹ ਨੂੰ ਪੰਜਾਬੀ ਖੇਤਰ ਵਿੱਚ ਸ਼ਾਮਲ ਕਰਨ ਦਾ ਮਤ ਰੱਖਦਾ ਸੀ, ਜਦਕਿ ਦੂਜੇ ਦੋਨੋਂ ਮੈਂਬਰ ਇਸ ਨੂੰ ਸਮੁੱਚੀ ਖਰੜ ਤਹਿਸੀਲ ਸਮੇਤ ਹਿੰਦੀ ਖੇਤਰ ਦਾ ਅੰਗ ਕਰਾਰ ਦੇ ਰਹੇ ਸਨ। ਪੰਜਾਬ ਦੇ ਸਿੱਖ ਭਾਈਚਾਰੇ ਨੇ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਵਿਰੁੱਧ ਤਿੱਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਹੋਇਆਂ ਇਸ ਰਿਪੋਰਟ ਨੂੰ ਝੂਠੀ ਅਤੇ ਫਿਰਕੂ ਕਰਾਰ ਦਿੱਤਾ। ਕੇਂਦਰ ਸਰਕਾਰ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਅਮਲ ਕਰਨ ਲਈ ਪੰਜਾਬ ਅੰਦਰ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮਨ ਬਣਾਈ ਬੈਠੀ ਸੀ। ਇਸ ਕਰਕੇ ਰਾਸ਼ਟਰਪਤੀ ਰਾਜ ਲਈ ਰਾਹ ਪੱਧਰਾ ਕਰਨ ਲਈ ਰਾਮ ਕਿਸ਼ਨ ਦੀ ਵਜ਼ਾਰਤ ਨੇ 2 ਜੂਨ 1966 ਨੂੰ ਅਸਤੀਫਾ ਦੇ ਦਿੱਤਾ। ਥੋੜੇ ਹੀ ਦਿਨਾਂ ਬਾਅਦ ਸਰਦਾਰ ਉੱਜਲ ਸਿੰਘ ਕੋਲੋਂ ਵੀ ਅਸਤੀਫਾ ਮੰਗ ਲਿਆ ਗਿਆ ਤਾਂ ਜੋ ਹਰਿਆਣੇ ਦੀ ਹਿੰਦੂ ਜਨਤਾ ਦੀ ਸੰਤੁਸ਼ਟੀ ਲਈ ਸਿੱਖ ਗਵਰਨਰ ਨੂੰ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਉੱਤੇ ਅਮਲਦਾਰੀ ਦੇ ਕਾਰਜ ਦੇ ਨੇੜੇ ਤੇੜੇ ਵੀ ਨਾ ਫੜਕਣ ਦਿੱਤਾ ਜਾਵੇ। ਉੱਜਲ ਸਿੰਘ ਦੀ ਥਾਵੇਂ ਧਰਮਵੀਰ ਨੂੰ ਪੰਜਾਬ ਦਾ ਰਾਜਪਾਲ ਥਾਪ ਦਿੱਤਾ ਗਿਆ। ਕੇਂਦਰ ਸਰਕਾਰ ਨੇ 3 ਸਤੰਬਰ 1966 ਨੂੰ ਲੋਕ ਸਭਾ ਅੰਦਰ ਪੰਜਾਬ ਪੁਨਰਗਠਨ ਬਿੱਲ ਪੇਸ਼ ਕਰ ਦਿੱਤਾ, ਜਿਸ ਅਨੁਸਾਰ ਕਿੰਨੇ ਹੀ ਪੰਜਾਬੀ ਬੋਲਦੇ ਇਲਾਕੇ ਪੰਜਾਬ ਕੋਲੋਂ ਖੋਹ ਕੇ ਹਰਿਆਣਾ ਅਤੇ ਹਿਮਾਚਲ 'ਚ ਸ਼ਾਮਲ ਕਰ ਦਿੱਤੇ ਗਏ। ਚੰਡੀਗੜ੍ਹ ਨੂੰ ਕੇਂਦਰੀ ਸ਼ਾਸਤ ਇਲਾਕਾ ਕਰਾਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਵਿਚਕਾਰ ਸਾਂਝੀਆਂ ਕੜੀਆਂ ਜਿਵੇਂ ਸਾਂਝਾ ਗਵਰਨਰ, ਸਾਂਝੀ ਹਾਈ ਕੋਰਟ, ਸਾਂਝਾ ਬਿਜਲੀ ਬੋਰਡ, ਸਾਂਝੀ ਵਿੱਤ ਕਾਰਪੋਰੇਸ਼ਨ ਆਦਿ ਕਾਇਮ ਰੱਖੀਆਂ ਗਈਆਂ ਅਤੇ ਪੰਜਾਬ ਦੇ ਸਾਰੇ ਹੈੱਡ ਵਰਕਸਾਂ ਭਾਖੜਾ, ਬਿਆਸ ਡੈਮ ਆਦਿ ਨੂੰ ਪੰਜਾਬ ਤੋਂ ਖੋਹ ਕੇ ਕੇਂਦਰੀ ਸਰਕਾਰ ਨੇ ਆਪਣੇ ਕੰਟਰੋਲ ਹੇਠ ਲੈ ਲਿਆ। ਲੋਕ ਸਭਾ ਅੰਦਰ ਇਸ ਬਿੱਲ ਉੱਤੇ ਹੋਈ ਬਹਿਸ ਦੌਰਾਨ ਸਰਦਾਰ ਕਪੂਰ ਸਿੰਘ ਨੇ 6 ਸਤੰਬਰ ਨੂੰ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀਂ ਭਾਰਤੀ ਹਾਕਮਾਂ ਦੁਆਰਾ ਸਿੱਖ ਕੌਮ ਨਾਲ ਕੀਤੇ ਗਏ ਅਤੇ ਕੀਤੇ ਜਾ ਰਹੇ ਵਿਤਕਰਿਆਂ, ਬੇਇਨਸਾਫੀਆਂ, ਵਾਅਦਾ ਸ਼ਿਕਨੀਆਂ ਤੇ ਵਿਸਾਘਾਤਾਂ ਦਾ ਪੂਰਾ ਚਿੱਠਾ ਖੋਲ੍ਹ ਕੇ ਰੱਖ ਦਿੱਤਾ ਅਤੇ ਇਸ ਬਿੱਲ ਨੂੰ ਪਾਪਾਂ ਭਰਿਆ ਕਰਾਰ ਦਿੰਦਿਆਂ ਹੋਇਆਂ ਸਿੱਖ ਪੰਥ ਅਤੇ ਆਪਣੀ ਜਥੇਬੰਦੀ ਅਕਾਲੀ ਦਲ ਮਾਸਟਰ ਗਰੁੱਪ ਸਿੰਘ ਵੱਲੋਂ ਇਸ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਸੰਤ ਅਕਾਲੀ ਦਲ ਨੇ ਵੀ ਭਾਵੇਂ ਬਿੱਲ ਨੂੰ ਰੱਦ ਤਾਂ ਨਹੀਂ ਕੀਤਾ, ਪਰ ਇਸ ਵਿੱਚ ਦਰਜ ਕੁਝ ਪ੍ਰਸਤਾਵਾਂ ਪ੍ਰਤੀ ਆਪਣੀ ਸਹਿਮਤੀ ਤੇ ਨਾਰਾਜ਼ਗੀ ਛੁਪਾ ਕੇ ਨਾ ਰੱਖੀ। ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਸਭਨਾਂ ਸੰਸਥਾਵਾਂ ਨੇ ਇਸ ਬਿੱਲ ਪਿੱਛੇ ਕੰਮ ਕਰਦੀ ਫਿਰਕੂ ਭਾਵਨਾਵਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਭਾਰਤੀ ਹਾਕਮਾਂ ਨੂੰ ਇਸ ਚੋਂ ਪੈਦਾ ਹੋਣ ਵਾਲੇ ਗੰਭੀਰ ਨਤੀਜਿਆਂ ਬਾਰੇ ਖਬਰਦਾਰ ਕੀਤਾ। ਪਰੰਤੂ ਸਿੱਖ ਕੌਮ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਪਾਰਲੀਮੈਂਟ ਨੇ 7 ਸਤੰਬਰ ਨੂੰ ਉਕਤ ਬਿੱਲ ਪਾਸ ਕਰ ਦਿੱਤਾ ਅਤੇ 18 ਸਤੰਬਰ 1966 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਇਹ ਕਾਨੂੰਨ ਦਾ ਦਰਜਾ ਹਾਸਲ ਕਰ ਗਿਆ। ਇਸ ਤਰ੍ਹਾਂ 1 ਨਵੰਬਰ 1966 ਨੂੰ ਇਸ ਕਾਨੂੰਨ ਦੇ ਅਮਲ ਵਿੱਚ ਆਉਣ ਦੇ ਨਾਲ ਪੰਜਾਬ ਅਤੇ ਹਰਿਆਣਾ ਅਲੱਗ-ਅਲੱਗ ਪ੍ਰਾਂਤ ਬਣ ਗਏ। ਸਿਰਲੇਖ ਸਿੱਖ ਪ੍ਰਤੀਕਰਮ 2 ਪੈਂਤੜੇ। ਸਿੱਖ ਭਾਈਚਾਰੇ ਨੇ ਇਤਿਹਾਸਕ ਅਹਿਮੀਅਤ ਵਾਲੇ ਇਸ ਘਟਨਾਕ੍ਰਮ ਪ੍ਰਤੀ ਰਲਿਆ ਮਿਲਿਆ ਪ੍ਰਤੀਕਰਮ ਪ੍ਰਗਟਾਇਆ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ,
ਸਿੱਖ ਕੌਮ ਅੰਦਰ ਪੰਜਾਬੀ ਸੂਬੇ ਦੇ ਮਸਲੇ ਦੇ ਦੋ ਅਲੱਗ-ਅਲੱਗ ਸਮਝਾਂ ਤੇ ਪਹੁੰਚਾਂ ਪ੍ਰਗਟ ਹੋ ਰਹੀਆਂ ਸਨ। ਇੱਕ ਧਾਰਾ ਪੰਜਾਬੀ ਸੂਬੇ ਨੂੰ ਭਾਰਤ ਦੇ ਹੋਰਨਾਂ ਭਾਸ਼ਾਈ ਰਾਜਾਂ ਵਾਂਗ ਨਿਰੋਲ ਭਾਸ਼ਾਈ ਰਾਜ ਵਜੋਂ ਕਲਪਦੀ ਸੀ ਅਤੇ ਰਾਜ ਅਜਿਹੇ ਦੀ ਸਥਾਪਨਾ ਰਾਹੀਂ ਸਿੱਖ ਉਮੰਗਾਂ ਦੀ ਪੂਰਤੀ ਦਾ ਵਿਸ਼ਵਾਸ ਪਾਲ ਕੇ ਚੱਲਦੀ ਸੀ। 1 ਨਵੰਬਰ 1966 ਨੂੰ ਪੰਜਾਬ ਪੁਨਰਗਠਨ ਕਾਨੂੰਨ ਦੇ ਲਾਗੂ ਹੋਣ ਜਾਣ ਨਾਲ ਇਸ ਧਾਰਾ ਦੀ ਪੂਰੀ ਭਾਵੇਂ ਨਾ ਸਹੀ ਪਰ ਵਾਹਵਾ ਹੱਦ ਤੱਕ ਕਾਮਨਾ ਜ਼ਰੂਰ ਪੂਰੀ ਹੋ ਗਈ। ਇਸ ਕਰਕੇ ਇਸ ਧਾਰਾ ਦੀ ਰਾਜਨੀਤਿਕ ਤਰਜਮਾਨੀ ਕਰ ਰਹੇ ਸੰਤ ਅਕਾਲੀ ਦਲ ਨੇ ਜਿੱਥੇ ਨਵੇਂ ਪੰਜਾਬ ਦੀ ਸਥਾਪਨਾ ਉੱਤੇ ਆਪਣੀ ਖੁਸ਼ੀ ਅਤੇ ਤਸੱਲੀ ਜ਼ਾਹਰ ਕੀਤੀ, ਉੱਥੇ ਨਾਲ ਹੀ ਇਸ ਅਮਲ ਦੌਰਾਨ ਪੰਜਾਬ ਨਾਲ ਕੀਤੀ ਗਈ ਫਿਰਕੂ ਵਿਤਕਰੇਬਾਜ਼ੀ ਤੇ ਨਾ ਇਨਸਾਫੀ ਵਿਰੁੱਧ ਅਡੋਲ ਸੰਘਰਸ਼ ਕਰਦੇ ਰਹਿਣ ਦਾ ਵੀ ਸੰਕਲਪ ਦ੍ਰਿੜਾਇਆ। ਦੂਜੀ ਧਾਰਾ ਪੰਜਾਬੀ ਸੂਬੇ ਦੇ ਮਸਲੇ ਨੂੰ ਕਾਫੀ ਅਲੱਗ ਦ੍ਰਿਸ਼ਟੀਕੋਣ ਤੋਂ ਦੇਖਦੀ ਸੀ। ਉਸ ਲਈ ਮਸਲਾ ਮੂਲ ਰੂਪ ਵਿੱਚ ਭਾਸ਼ਾਈ ਰਾਜ ਦੀ ਸਥਾਪਨਾ ਦਾ ਨਹੀਂ ਸਗੋਂ ਸਿੱਖ ਕੌਮ ਦੀ ਆਜ਼ਾਦੀ ਦਾ ਸੀ। ਇਸ ਕਰਕੇ ਉਹ ਭਾਰਤ ਦੇ ਅੰਦਰ ਹੀ ਅਜਿਹੇ ਰਾਜ ਦੇ ਗਠਨ ਦੀ ਇੱਛਾ ਰੱਖਦੀ ਸੀ ਜਿੱਥੇ ਸਿੱਖ ਪੰਥ ਆਪਣੇ ਧਰਮ ਤੇ ਸੱਭਿਆਚਾਰ ਦੀ ਰਾਖੀ ਕਰ ਸਕੇ ਅਤੇ ਇਸ ਨੂੰ ਆਪਣੀ ਮਰਜ਼ੀ ਮੁਤਾਬਕ ਪ੍ਰਫੁੱਲਤ ਕਰ ਸਕੇ। ਇਸ ਦੇ ਲਈ ਉਹ ਦੋ ਗੱਲਾਂ ਜ਼ਰੂਰੀ ਸਮਝਦੀ ਸੀ। ਇੱਕ, ਇਸ ਪ੍ਰਸਤਾਵਿਤ ਰਾਜ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋਵੇ ਤਾਂ ਜੋ ਜਮਹੂਰੀ ਵਿਧੀ ਰਾਹੀਂ ਰਾਜਸੀ ਤਾਕਤ ਉੱਤੇ ਆਪਣਾ ਦਾਅਵਾ ਤੇ ਕੰਟਰੋਲ ਯਕੀਨੀ ਬਣਾ ਸਕੇ। ਦੂਜਾ, ਇਸ ਪ੍ਰਸਤਾਵਿਤ ਰਾਜ ਨੂੰ ਲੋੜੀਂਦੀ ਖੁਦ ਮੁਖਤਿਆਰੀ ਦਿੱਤੀ ਜਾਵੇ ਤਾਂ ਜੋ ਸਿੱਖ ਕੌਮ ਰਾਜਸੀ ਤਾਕਤ ਦਾ ਆਪਣੇ ਹਿੱਤਾਂ ਅਨੁਸਾਰ ਇਸਤੇਮਾਲ ਕਰਨ ਲਈ ਸੁਤੰਤਰ ਹੋਵੇ। ਅਰਥਾਤ ਪ੍ਰਸਤਾਵਿਤ ਰਾਜ ਅੰਦਰ ਸਿੱਖ ਕੌਮ ਗੁਲਾਮਾਂ ਵਾਂਗ ਨਹੀਂ ਸਗੋਂ ਹਾਕਮਾਂ ਵਾਂਗ ਵਿਚਰ ਸਕੇ। ਪੰਜਾਬ ਪੁਨਰਗਠਨ ਐਕਟ ਦੇ ਲਾਗੂ ਹੋ ਜਾਣ ਨਾਲ ਇਸ ਧਾਰਾ ਦੀ ਇੱਕ ਸਦਰ ਤਾਂ ਪੂਰੀ ਹੋ ਗਈ ਕਿ ਨਵੇਂ ਪੰਜਾਬ ਅੰਦਰ ਸਿੱਖਾਂ ਦੀ ਸਪਸ਼ਟ ਬਹੁ ਗਿਣਤੀ 55% ਹੋ ਗਈ। ਭਾਵੇਂ ਅਜਿਹਾ ਭਾਰਤੀ ਹਾਕਮਾਂ ਦੇ ਦਿਲ ਦੀ ਫਿਰਕੂ ਮੈਲ ਕਰਕੇ ਹੀ ਹੋਇਆ, ਕਿਉਂਕਿ ਜੇਕਰ ਸਿੱਖ ਕੌਮ ਦੇ ਵੱਡੇ ਹਿੱਸਿਆਂ ਦੀ ਮੰਗ ਅਤੇ ਇੱਛਾ ਅਨੁਸਾਰ ਪੰਜਾਬੀ ਸੂਬੇ ਦੀ ਸਥਾਪਨਾ ਫਿਰਕੂ ਆਧਾਰ ਦੀ ਥਾਂ ਨਿਰੋਲ ਭਾਸ਼ਾਈ ਆਧਾਰ ਤੇ ਹੋਈ ਹੁੰਦੀ ਤਾਂ ਪ੍ਰਸਤਾਵਿਤ ਰਾਜ ਵਿੱਚ ਸਿੱਖਾਂ ਦੀ ਬਹੁ ਗਿਣਤੀ ਕਦਾਚਿਤ ਸੰਭਵ ਨਹੀਂ ਸੀ ਹੋ ਸਕਣੀ। ਭਾਰੂ ਸਿੱਖ ਵਸੋਂ ਵਾਲੇ ਰਾਜ ਦੀ ਚਾਹ ਰੱਖਣ ਵਾਲੇ ਸਿੱਖ ਵਰਗ ਲਈ ਭਾਰਤੀ ਹਾਕਮਾਂ ਦੀ ਇਹ ਫਿਰਕੂ ਤੰਗ ਨਜ਼ਰੀ ਕੁੱਬੇ ਤੇ ਲੱਤ ਵੱਜਣ ਵਾਂਗ ਰਾਸ ਆ ਗਈ। ਇਤਿਹਾਸ ਅੰਦਰ ਪਹਿਲੀ ਵਾਰ ਸਿੱਖਾਂ ਨੂੰ ਅਜਿਹਾ ਇਲਾਕਾ ਮਿਲ ਗਿਆ ਜਿੱਥੇ ਉਹ ਬਹੁ ਗਿਣਤੀ ਵਿੱਚ ਹੋਣ ਸਦਕਾ ਰਾਜਸੀ ਤਾਕਤ ਦੇ ਹੱਕੀ ਦਾਅਵੇਦਾਰ ਬਣ ਗਏ। ਸਿੱਖਾਂ ਲਈ ਹੁਣ ਅਗਲਾ ਮਸਲਾ ਇਸ ਰਾਜਸੀ ਤਾਕਤ ਦਾ ਆਪਣੇ ਕੌਮੀ ਹਿੱਤਾਂ ਲਈ ਇਸਤੇਮਾਲ ਕਰਨ ਲਈ ਸੁਤੰਤਰਤਾ ਹਾਸਲ ਕਰਨਾ ਬਣ ਗਿਆ ਸੀ। ਭਾਰਤੀ ਹਾਕਮਾਂ ਦੀ ਇੱਛਾ ਤੇ ਕੋਸ਼ਿਸ਼ ਇਹ ਸੀ ਕਿ ਪੰਜਾਬ ਅੰਦਰ ਬਹੁ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਿੱਖਾਂ ਦੇ ਇੱਕ ਆਜ਼ਾਦ ਕੌਮ ਵਾਂਗ ਵਿਚਰਨ ਦੇ ਸਾਰੇ ਰਾਹ ਬੰਦ ਕਰ ਦਿੱਤੇ ਜਾਣ ਅਤੇ ਉਹਨਾਂ ਨੂੰ ਹਰ ਪੱਖੋਂ ਆਰਥਿਕ ਹੋਵੇ ਜਾਂ ਰਾਜਨੀਤਿਕ ਅਤੇ ਧਾਰਮਿਕ ਹੋਵੇ ਜਾਂ ਸੱਭਿਆਚਾਰਕ ਹਿੰਦੂ ਵਰਗ ਦਾ ਮੁਹਤਾਜ ਬਣਾ ਕੇ ਰੱਖਿਆ ਜਾਵੇ। ਭਾਰਤੀ ਹਾਕਮਾਂ ਦੁਆਰਾ ਸਿੱਖ ਕੌਮ ਪ੍ਰਤੀ ਧਾਰਨ ਕੀਤੇ ਗਏ ਇਸ ਵਤੀਰੇ ਨੇ ਸੁਭਾਵਿਕ ਤੌਰ ਤੇ ਹੀ ਸਿੱਖ ਪੰਥ ਲਈ ਵੱਡੀਆਂ ਮੁਸ਼ਕਲਾਂ ਤੇ ਚੁਣੌਤੀਆਂ ਪੈਦਾ ਕਰ ਦਿੱਤੀਆਂ। ਇਸ ਵਿੱਚੋਂ ਹੀ ਸਿੱਖ ਪੰਜਾਬ ਦੀ ਅਗਲੇ ਗੇੜ ਦੀ ਲੜਾਈ ਦੀ ਰੂਪ ਰੇਖਾ ਨਿਰਧਾਰਤ ਹੋਈ। ਕਿਸੇ ਵੀ ਮਹਿਕੂਮ ਭਾਈਚਾਰੇ ਦੇ ਸਾਰੇ ਵਰਗਾਂ ਤੇ ਸਾਰੇ ਮੈਂਬਰਾਂ ਅੰਦਰ ਆਜ਼ਾਦੀ ਦੀ ਤਾਂਘ ਤੇ ਜਜ਼ਬਾ ਇਕਸਾਰ ਨਹੀਂ ਹੁੰਦਾ। ਗੁਲਾਮੀ ਦੀ ਚੋਭ ਸਾਰਿਆਂ ਨੂੰ ਇੱਕੋ ਜਿਹੀ ਮਹਿਸੂਸ ਨਹੀਂ ਹੁੰਦੀ ਅਤੇ ਨਾ ਹੀ ਸਾਰਿਆਂ ਅੰਦਰ ਗੈਰਤ ਤੇ ਸਵੈਮਾਨ ਦਾ ਮਾਦਾ ਇੱਕ ਸਮਾਨ ਹੁੰਦਾ ਹੈ। ਇਸ ਦੇ ਕਾਰਨ ਨਿਰੇ ਜਨਮਾਂਤਰ ਨਹੀਂ ਹੁੰਦੇ। ਸਮਾਜ ਦੇ ਅੱਡ-ਅੱਡ ਵਰਗਾਂ ਦਾ ਸਮਾਜੀ ਆਰਥਿਕ ਜੀਵਨ ਤੇ ਰੁਤਬਾ ਵੀ ਉਹਨਾਂ ਦੇ ਰਾਜਨੀਤਿਕ ਵਿਹਾਰ ਉੱਤੇ ਆਪਣਾ ਗਹਿਰਾ ਪ੍ਰਭਾਵ ਪਾਉਂਦਾ ਹੈ। ਇਹੀ ਵਜ੍ਹਾ ਹੈ ਕਿ ਗਲਬੇ ਦੇ ਬੇਇਨਸਾਫੀ ਦੇ ਸ਼ਿਕਾਰ ਭਾਈਚਾਰਿਆਂ ਅੰਦਰ ਰਾਜਸੀ ਨਿਸ਼ਾਨੇ ਦੇ
ਤੇ ਜਦੋਜਹਿਦ ਦੇ ਦੌਰ ਤਰੀਕਿਆਂ ਨੂੰ ਲੈ ਕੇ ਅਕਸਰ ਵੱਡੇ ਮਤਭੇਦ ਤੇ ਬਖੇੜਾ ਪੈਦਾ ਹੋ ਜਾਂਦੇ ਹਨ। ਅਕਾਲੀ ਰਾਜਨੀਤੀ ਅੰਦਰ ਜੋ ਮਤਭੇਦ ਅਤੇ ਵਖਰੇਵੇਂ ਪੰਜਾਬੀ ਸੂਬੇ ਦੀ ਸਥਾਪਨਾ ਲਈ ਜਦੋਜਹਿਦ ਦੇ ਦੌਰਾਨ ਪੈਦਾ ਹੋਏ ਸਨ, ਉਹ ਪੰਜਾਬੀ ਸੂਬੇ ਦੀ ਸਥਾਪਨਾ ਦੇ ਨਾਲ ਖਤਮ ਨਹੀਂ ਹੋ ਗਏ, ਉਹ ਸਗੋਂ ਵੱਧ ਡੂੰਘੇ ਅਰਥ ਗ੍ਰਹਿਣ ਕਰ ਗਏ ਸਨ। ਮਾਸਟਰ ਤਾਰਾ ਸਿੰਘ ਖੁਦ ਸ਼ਹਿਰੀ ਸਿੱਖ ਵਰਗ ਨਾਲ ਸੰਬੰਧਿਤ ਹੋਣ ਕਰਕੇ ਇਸ ਵਰਗ ਦੇ ਜੀਵਨ ਦੀ ਧੜਕਣ ਨੂੰ ਵੱਧ ਨੇੜਿਓਂ ਮਹਿਸੂਸ ਕਰ ਸਕਦੇ ਸਨ। 1947 ਦੀ ਵੰਡ ਨੇ ਵੈਸੇ ਤਾਂ ਪੱਛਮੀ ਪੰਜਾਬ ਦੀ ਪੇਂਡੂ ਤੇ ਸ਼ਹਿਰੀ ਸਿੱਖ ਵਸੋਂ ਉੱਤੇ ਮੁਸੀਬਤਾਂ ਦਾ ਇੱਕੋ ਜਿਹਾ ਝੱਖੜ ਝੁਲਾ ਦਿੱਤਾ ਸੀ, ਪਰ ਤਾਂ ਵੀ ਪੇਂਡੂ ਸਿੱਖ ਤਬਕੇ ਦੇ ਮੁਕਾਬਲੇ ਸ਼ਹਿਰੀ ਸਿੱਖ ਵਰਗ ਨੂੰ ਸ਼ਹਿਰੀ ਸਿੱਖ ਵਰਗ ਲਈ ਮੁੜ ਵਸੇਬੇ ਦਾ ਅਮਲ ਵੱਧ ਵਿਖੜਾ ਹੋ ਗੁਜ਼ਰਿਆ। ਪੂਰਬੀ ਪੰਜਾਬ ਤੋਂ ਉੱਜੜ ਕੇ ਗਈ ਮੁਸਲਿਮ ਵਸੋਂ ਚੋਂ ਵੱਡੀ ਗਿਣਤੀ ਪੇਂਡੂ ਕਾਸ਼ਤਕਾਰ ਵਰਗ ਦੀ ਸੀ। ਸ਼ਹਿਰੀ ਮੁਸਲਿਮ ਵਸੋਂ ਅੰਦਰ ਜ਼ਿਆਦਾ ਕਰਕੇ ਗਰੀਬ ਤੇ ਹੇਠਲੇ ਤਬਕਿਆਂ ਦੀ ਬਹੁਤਾਤ ਸੀ। ਵਪਾਰੀ ਕਾਰੋਬਾਰੀ ਤਬਕਾ ਨਾ ਦੇ ਬਰਾਬਰ ਸੀ। ਇਸ ਕਰਕੇ ਪੱਛਮੀ ਪੰਜਾਬ ਤੋਂ ਉੱਜੜ ਕੇ ਆਈ ਪੇਂਡੂ ਸਿੱਖ ਵਸੋਂ ਨੂੰ ਤਾਂ ਪੈਰ ਧਰਾ ਕਰਨ ਲਈ ਇਧਰੋਂ ਪੇਂਡੂ ਮੁਸਲਿਮ ਵਸੋਂ ਦੇ ਉਜਾੜੇ ਸਦਕਾ ਖਾਲੀ ਹੋਈ ਜਗ੍ਹਾ ਮਿਲ ਗਈ। ਭਾਵੇਂ ਇਸ ਤਬਾਦਲੇ ਵਿੱਚ ਕੁਝ ਹਿੱਸਿਆਂ ਨੂੰ ਵੱਡਾ ਮਾਲੀ ਖਸਾਰਾ ਝੱਲਣਾ ਪਿਆ। ਜਿੱਥੋਂ ਤੱਕ ਉਜਾੜੇ ਦਾ ਸ਼ਿਕਾਰ ਹੋਈ ਸ਼ਹਿਰੀ ਸਿੱਖ ਵਸੋਂ ਦਾ ਸੰਬੰਧ ਹੈ, ਉਸ ਨੂੰ ਆਪਣੇ ਪੈਰ ਜਮਾਉਣ ਲਈ ਕਿਤੇ ਵੱਧ ਕਠੋਰ ਜਦੋਜਹਿਦ ਕਰਨੀ ਪਈ। ਉਸ ਦੇ ਸਾਹਮਣੇ ਮੁਸਲਿਮ ਤਬਕੇ ਦੇ ਉਜਾੜੇ ਸਦਕਾ ਖਾਲੀ ਹੋਈ ਕੋਈ ਜਗ੍ਹਾ ਜਾਂ ਵਿਰਲ ਨਹੀਂ ਸੀ। ਉਸ ਨੂੰ ਸਖਤ ਸੰਘਰਸ਼ ਕਰਕੇ ਆਪਣੀ ਥਾਂ ਬਣਾਉਣੀ ਪੈਣੀ ਸੀ। ਇਹ ਸਮੱਸਿਆ ਉਸ ਦੇ ਹਮ ਮੁਕੱਦਰ ਤੇ ਹਮ ਪੇਸ਼ਾ ਹਿੰਦੂ ਵਰਗ ਦੇ ਸਾਹਮਣੇ ਵੀ ਸੀ, ਪਰ ਹਿੰਦੂ ਵਰਗ ਨੂੰ ਆਰਥਿਕ ਤੇ ਰਾਜਕੀ ਪ੍ਰਬੰਧਕੀ ਖੇਤਰ ਅੰਦਰ ਭਾਰੂ ਹੈਸੀਅਤ ਰੱਖਣ ਵਾਲੇ ਉਸ ਦੇ ਆਪਣੇ ਭਾਈਚਾਰੇ ਦਾ ਮਿਲ ਵਰਤਣ ਤੇ ਸਮਰਥਨ ਮਿਲ ਜਾਣ ਕਰਕੇ ਉਸ ਵਾਸਤੇ ਮੁੜ ਵਸੇਬੇ ਦਾ ਅਮਲ ਮੁਕਾਬਲਤਨ ਸੁਖਾਲਾ ਹੋ ਗਿਆ। ਲੇਕਿਨ ਸ਼ਹਿਰੀ ਸਿੱਖ ਵਰਗ ਨੂੰ, ਖਾਸ ਕਰਕੇ ਵਪਾਰੀ ਕਾਰੋਬਾਰੀ ਤਬਕੇ ਨੂੰ, ਕਈ ਵਿਰੋਧੀ ਪੱਖਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੱਕ ਤਾਂ ਉਸ ਨੂੰ ਇਸ ਖੇਤਰ ਅੰਦਰ ਪਹਿਲਾਂ ਤੋਂ ਪੈਰ ਜਮਾਈ ਬੈਠੇ ਹਿੰਦੂ ਤਬਕੇ ਨਾਲ ਮੜਕਣਾ ਪੈ ਰਿਹਾ ਸੀ, ਉਹ ਵੀ ਕਮਜ਼ੋਰੀ ਦੀ ਪੋਜੀਸ਼ਨ ਤੋਂ। ਦੂਜਾ, ਉਸ ਨੂੰ ਪੈਰ ਪੈਰ ਤੇ ਰਾਜਕੀ ਪ੍ਰਬੰਧਕੀ ਢਾਂਚੇ ਅੰਦਰ ਹਾਵੀ ਹਿੰਦੂ ਫਿਰਕਾ ਪ੍ਰਸਤ ਤੱਤਾਂ ਦੀ ਰੜਕਵੀਂ ਵਿਤਕਰੇਬਾਜ਼ੀ ਝੱਲਣੀ ਪੈ ਰਹੀ ਸੀ। ਵੈਸੇ ਤਾਂ ਇਸ ਕਿੱਤੇ ਦੇ ਆਮ ਦਸਤੂਰ ਮੁਤਾਬਕ ਹੀ ਤਾਕਤਵਰ ਧਿਰ ਦਾ ਮੁਕਾਬਲੇਬਾਜ਼ੀ ਕੋਈ ਘੱਟ ਜੋਖਮ ਭਰੀ ਨਹੀਂ ਹੁੰਦੀ, ਪਰੰਤੂ ਜਦ ਕਾਰੋਬਾਰੀ ਮੁਕਾਬਲੇਬਾਜ਼ੀ ਉੱਤੇ ਫਿਰਕੂ ਤਵੱਸਬਾਂ ਦੀ ਪੁੱਠ ਚੜੀ ਹੋਵੇ ਅਤੇ ਸਰਕਾਰੀ ਤੇ ਪ੍ਰਬੰਧਕੀ ਢਾਂਚੇ ਤੋਂ ਲੈ ਕੇ ਕਾਰੋਬਾਰੀ ਖੇਤਰ ਤੱਕ ਹਰ ਪੱਧਰ ਤੇ ਫਿਰਕੂ ਪੱਖਪਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ, ਤਾਂ ਅਜਿਹੇ ਵੈਰ ਭਾਵੀ ਵਾਤਾਵਰਣ ਅੰਦਰ ਆਪਣੀ ਹਸਤੀ ਨੂੰ ਬਚਾ ਕੇ ਰੱਖਣ ਦਾ ਕਾਰਜ ਸਹਿਲ ਨਹੀਂ ਰਹਿ ਜਾਂਦਾ। ਇਸ ਦੇ ਵਾਸਤੇ ਕਮਜ਼ੋਰ ਧਿਰ ਸਾਹਮਣੇ ਸਖਤ ਜਾਨ ਲੜਾਈ ਲੜਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਰਹਿ ਜਾਂਦਾ। ਆਜ਼ਾਦੀ ਅਤੇ ਬਟਵਾਰੇ ਤੋਂ ਬਾਅਦ ਸ਼ਹਿਰੀ ਸਿੱਖ ਵਰਗ ਨੂੰ ਭਾਰਤ ਅੰਦਰ ਕੁਝ ਅਜਿਹੀਆਂ ਹੀ ਦੁਸ਼ਵਾਰ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਿੰਦੂ ਹੁਕਮਰਾਨ ਵਰਗ ਦੀ ਹਰ ਫਿਰਕੂ ਹਰਕਤ ਆਮ ਕਰਕੇ ਸਿੱਧੀ ਉਸ ਦੇ ਕਾਲਜੇ ਨੂੰ ਵੱਜਦੀ ਸੀ। ਇਸ ਕਰਕੇ ਉਹ ਪੇਂਡੂ ਸਿੱਖ ਵਸੋਂ ਦੇ ਮੁਕਾਬਲੇ ਆਮ ਕਰਕੇ ਵੱਧ ਉਤੇਜਿਤ ਰੌਂ ਵਿੱਚ ਸੀ। ਇਹੀ ਵਰਗ ਮਾਸਟਰ ਤਾਰਾ ਸਿੰਘ ਦੀ ਰਾਜਨੀਤਿਕ ਦਾ ਮੁੱਖ ਆਧਾਰ ਤੇ ਵਾਹਕ ਬਣਿਆ ਹੋਇਆ ਸੀ। ਸੁਭਾਵਿਕ ਰੂਪ ਵਿੱਚ ਹੀ ਉਹ ਮਾਸਟਰ ਤਾਰਾ ਸਿੰਘ ਦੀ ਰਾਜਨੀਤਿਕ ਸੋਚਣੀ ਉੱਤੇ ਆਪਣਾ ਤਕੜਾ ਪ੍ਰਭਾਵ ਛੱਡ ਰਿਹਾ ਸੀ। ਪੰਜਾਬ ਦੇ ਪੇਂਡੂ ਸਿੱਖ ਵਰਗ ਦਾ ਮਾਮਲਾ ਸ਼ਹਿਰੀ ਸਿੱਖ ਤਬਕੇ ਨਾਲੋਂ ਥੋੜਾ ਅਲੱਗ ਸੀ। ਉਸ ਦੇ ਸਾਹਮਣੇ ਆਪਣੇ ਕਿੱਤੇ ਦੇ ਖੇਤਰ ਅੰਦਰ ਹਿੰਦੂ ਵਰਗ ਹੱਥੋਂ ਸਿੱਧੀ ਚੁਣੌਤੀ ਅਤੇ ਮੁਕਾਬਲਾ ਭੇੜ ਦੀ ਕੋਈ ਸਮੱਸਿਆ ਨਹੀਂ ਸੀ। ਇਸ ਪੱਖੋਂ ਉਹ ਕਾਫੀ ਹੱਦ ਤੱਕ ਨਿਸ਼ਚਿੰਤ ਅਤੇ ਸੁਰੱਖਿਅਤ ਮਹਿਸੂਸ ਕਰਦਾ ਸੀ। ਪਰ ਹਿੰਦੂ ਵਪਾਰੀ ਵਰਗ ਮੰਡੀ ਪ੍ਰਣਾਲੀ ਦੇ ਜ਼ਰੀਏ ਕਿਸਾਨ ਦੀ ਕਿਰਤ ਅਤੇ ਕਮਾਈ ਉੱਤੇ ਜੋ ਧਾੜਾ ਮਾਰ ਜਾਂਦਾ ਸੀ, ਉਸ ਨਾਲ ਕਿਸਾਨ ਵਰਗ ਅੰਦਰ ਹਿੰਦੂ ਵਪਾਰੀ ਤਬਕੇ ਵਿਰੁੱਧ ਤਿੱਖੀ ਜਮਾਤੀ ਔਖ ਤੇ ਨਫ਼ਰਤ ਪਾਈ ਜਾਂਦੀ ਸੀ।
ਆਜ਼ਾਦੀ ਤੋਂ ਬਾਅਦ ਜਦ ਹਕੂਮਤੀ ਤਾਕਤ ਹਿੰਦੂ ਵਰਗ ਦੇ ਹੱਥ ਆ ਗਈ ਅਤੇ ਉਸਨੇ ਸਿੱਖ ਕੌਮ ਪ੍ਰਤੀ ਫਿਰਕੂ ਵਿਤਕਰੇਬਾਜ਼ ਪਹੁੰਚ ਅਖਤਿਆਰ ਕਰ ਲਈ ਤਾਂ ਪੰਜਾਬ ਦੇ ਸਿੱਖ ਕਾਸ਼ਤਕਾਰ ਦੇ ਤੇ ਹਿੰਦੂ ਵਪਾਰੀ ਵਰਗ ਵਿਚਲੇ ਰਵਾਇਤੀ ਜਮਾਤੀ ਵਿਰੋਧਾਂ ਅੰਦਰ ਫਿਰਕੇਦਾਰੀ ਦਾ ਅੰਸ਼ ਸ਼ਾਮਲ ਹੋ ਗਿਆ। ਸਿੱਖ ਕਾਸ਼ਤਕਾਰ ਰਵਾਇਤੀ ਤੌਰ ਤੇ ਅਕਾਲੀ ਦਲ ਨਾਲ ਜੁੜਿਆ ਚਲਿਆ ਆ ਰਿਹਾ ਸੀ। ਦੂਜੇ ਪਾਸੇ ਹਿੰਦੂ ਵਪਾਰੀ ਵਰਗ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸ਼ੁਰੂ ਤੋਂ ਹੀ ਮੁੱਖ ਟੇਕ ਬਣਿਆ ਹੋਇਆ ਸੀ। ਇਹੀ ਵਰਗ ਸੀ ਜਿਸ ਦੀ ਫਿਤਰਤ ਦੇ ਅੰਦਰ ਫਿਰਕਾ ਪ੍ਰਸਤੀ ਦਾ ਸਭ ਤੋਂ ਵੱਧ ਜ਼ਹਿਰ ਘੁਲਿਆ ਹੋਇਆ ਸੀ। ਇਸ ਕਰਕੇ ਪੰਜਾਬ ਦੇ ਪੇਂਡੂ ਤੇ ਸ਼ਹਿਰੀ ਸਿੱਖ ਵਰਗ ਦੀਆਂ ਨਜ਼ਰਾਂ ਵਿੱਚ ਕਾਂਗਰਸ ਪਾਰਟੀ ਤੱਤ ਰੂਪ ਵਿੱਚ ਇੱਕ ਹਿੰਦੂ ਸੰਸਥਾ ਸੀ ਜੋ ਸਿੱਖ ਕੌਮ ਪ੍ਰਤੀ ਦਵੈਤ ਤੇ ਦੁਸ਼ਮਣੀ ਦੀ ਭਾਵਨਾ ਪਾਲ ਕੇ ਚੱਲ ਰਹੀ ਸੀ। ਸ਼ੁਰੂ ਦੌਰ ਅੰਦਰ ਕਾਂਗਰਸ ਪਾਰਟੀ ਦਾ ਸਿੱਖ ਕਿਸਾਨੀ ਅੰਦਰ ਉੱਕਾ ਹੀ ਆਧਾਰ ਨਹੀਂ ਸੀ। ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਦੌਰਾਨ ਜਦ ਅਕਾਲੀ ਲੀਡਰਸ਼ਿਪ ਨੈਸ਼ਨਲਿਸਟ ਵਿਚਾਰਧਾਰਾ ਦੇ ਵਹਿਣ ਵਿੱਚ ਵਹਿ ਗਈ ਤਾਂ ਕਾਂਗਰਸ ਪਾਰਟੀ ਨੂੰ ਸਿੱਖ ਜਨਤਾ ਖਾਸ ਤੌਰ ਤੇ ਪੇਂਡੂ ਸਿੱਖ ਵਰਗ ਅੰਦਰ ਰਾਜਸੀ ਸੰਨ ਲਾਉਣ ਦਾ ਮੌਕਾ ਮਿਲ ਗਿਆ। ਅਕਾਲੀ ਸਫਾ ਚੋਂ ਦਲ ਬਦਲੀ ਕਰਕੇ ਕਾਂਗਰਸ ਵਿੱਚ ਸ਼ਾਮਲ ਹੋਏ ਤੱਤਾਂ ਨੇ ਪੰਜਾਬ ਦੇ ਕੁਝ ਖੇਤਰਾਂ ਖਾਸ ਕਰਕੇ ਮਾਝੇ ਤੇ ਦੁਆਬੇ ਅੰਦਰ ਕਾਂਗਰਸ ਪਾਰਟੀ ਨੂੰ ਸਿੱਖ ਕਿਸਾਨੀ ਅੰਦਰ ਵੜਨ ਜੋਗਾ ਕਰ ਦਿੱਤਾ ਸੀ। ਪਰ ਕੁੱਲ ਮਿਲਾ ਕੇ ਪੰਜਾਬ ਦਾ ਸਿੱਖ ਕਿਸਾਨ ਅਕਾਲੀ ਦਲ ਦੀ ਦ੍ਰਿੜ ਅਤੇ ਸਥਿਰ ਟੇਕ ਬਣਿਆ ਹੋਇਆ ਸੀ। ਉਹ ਅਕਾਲੀ ਦਲ ਦੇ ਹਰ ਸੰਘਰਸ਼ ਅਤੇ ਮੋਰਚੇ ਦੀ ਜਿੰਦ ਜਾਨ ਸੀ। ਵਪਾਰੀ ਸਰਮਾਏਦਾਰ ਵਰਗ ਹੱਥੋਂ ਤਿੱਖੀ ਲੁੱਟ ਖਸੁੱਟ ਦਾ ਸ਼ਿਕਾਰ ਹੋਣ ਦੇ ਬਾਵਜੂਦ ਉਸ ਦੀ ਆਰਥਿਕ ਦਸ਼ਾ ਉੱਕਾ ਹੀ ਗਈ ਗੁਜ਼ਰੀ ਨਹੀਂ ਸੀ। ਇਸ ਵਿੱਚ ਇੱਕ ਤਾਂ ਉਸ ਦੇ ਮਿਹਨਤੀ ਅਤੇ ਉਦਮੀ ਸੁਭਾਅ ਦਾ ਵੀ ਯੋਗਦਾਨ ਸੀ। ਦੂਜਾ ਬਰਤਾਨਵੀ ਹਾਕਮਾਂ ਨੇ ਭਾਰਤ ਅੰਦਰ ਅਨਾਜ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਅੰਦਰ ਖੇਤੀ ਦੀ ਪੈਦਾਵਾਰ ਵਧਾਉਣ ਦੇ ਕਾਰਜ ਨੂੰ ਉਚੇਚੀ ਤਰਜੀਹ ਦਿੰਦਿਆਂ ਹੋਇਆਂ ਖੇਤੀ ਮੁਖੀ ਵਿਕਾਸ ਕਾਰਜਾਂ ਦਾ ਜੋ ਆਧਾਰ ਢਾਂਚਾ ਸਿਰਜ ਦਿੱਤਾ ਸੀ ਉਸਨੇ ਬਸਤੀਆਨਾ ਲੁੱਟ ਖਸੁੱਟ ਦੇ ਬਾਵਜੂਦ ਪੰਜਾਬ ਦੀ ਕਿਸਾਨੀ ਦੀ ਆਰਥਿਕ ਦਸ਼ਾ ਅੰਦਰ ਕੁਝ ਸੁਧਾਰ ਜ਼ਰੂਰ ਲੈ ਆਂਦਾ ਸੀ। ਆਜ਼ਾਦੀ ਤੋਂ ਬਾਅਦ ਭਾਰਤੀ ਹਾਕਮਾਂ ਨੇ ਵੀ ਪੰਜਾਬ ਨੂੰ ਭਾਰਤ ਦੇ ਅੰਨ ਭੰਡਾਰ ਵਜੋਂ ਵਿਕਸਿਤ ਕਰਨ ਦੇ ਯੁੱਧ ਨੀਤਿਕ ਉਦੇਸ਼ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਖੇਤੀ ਮੁਖੀ ਵਿਕਾਸ ਕਾਰਜਾਂ ਉੱਤੇ ਉਚੇਚਾ ਜ਼ੋਰ ਦੇਣਾ ਜਾਰੀ ਰੱਖਿਆ। ਭਾਵੇਂ ਇਸ ਨੀਤੀ ਦਾ ਕਿਸਾਨੀ ਦੀਆਂ ਸਾਰੀਆਂ ਪਰਤਾਂ ਉੱਤੇ ਸਮਾਂ ਪ੍ਰਭਾਵ ਨਹੀਂ ਪਿਆ, ਪਰ ਫਿਰ ਵੀ ਇਸ ਨਾਲ ਕਿਸਾਨੀ ਦੀਆਂ ਉੱਪਰਲੀਆਂ ਤੇ ਦਰਮਿਆਨੀਆਂ ਪਰਤਾਂ ਦੀ ਆਰਥਿਕ ਦਸ਼ਾ ਅੰਦਰ ਚੋਖਾ ਸੁਧਾਰ ਜ਼ਰੂਰ ਆਇਆ। ਜਿੱਥੋਂ ਤੱਕ ਥੁੜ ਮਾਰੇ ਕਿਸਾਨ ਦਾ ਸੰਬੰਧ ਹੈ, ਉਹ ਪੂਰੀ ਕੋਸ਼ਿਸ਼ ਦੇ ਬਾਵਜੂਦ ਗੁਰਬਤ ਦੀ ਲਾਹਨਤ ਤੋਂ ਛੁਟਕਾਰਾ ਨਹੀਂ ਪਾ ਸਕਿਆ। ਪਰ ਇਹ ਵਰਗ ਸੁਤੰਤਰ ਰੂਪ ਵਿੱਚ ਆਪਣਾ ਕੋਈ ਬਹੁਤਾ ਸਮਾਜੀ ਜਾਂ ਰਾਜਸੀ ਤਾਣ ਨਹੀਂ ਸੀ ਰੱਖਦਾ। ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਉਹ ਆਮ ਕਰਕੇ ਕਿਸਾਨੀ ਦੇ ਰੱਜੇ ਪੁੱਜੇ ਵਰਗਾਂ ਦਾ ਹੀ ਪ੍ਰਭਾਵ ਕਬੂਲਦਾ ਸੀ। 60ਵਿਆਂ ਦੇ ਸ਼ੁਰੂ ਵਿੱਚ ਕੌਮਾਂਤਰੀ ਸੰਸਥਾਵਾਂ ਦੁਆਰਾ ਖੇਤੀਬਾੜੀ ਦੇ ਨਵੇਂ ਢੰਗਾਂ ਨੂੰ ਉਤਸ਼ਾਹਿਤ ਕਰਨ ਲਈ ਅਪਣਾਏ ਕਾਰਜਕ੍ਰਮਾਂ ਨੇ ਪੰਜਾਬ ਦੇ ਕਿਸਾਨ ਭਾਈਚਾਰੇ ਵਿਸ਼ੇਸ਼ ਕਰਕੇ ਇਸ ਦੀਆਂ ਉੱਪਰਲੀਆਂ ਤੇ ਦਰਮਿਆਨੀਆਂ ਪਰਤਾਂ ਲਈ ਤਰੱਕੀ ਅਤੇ ਖੁਸ਼ਹਾਲੀ ਦੇ ਨਵੇਂ ਮੌਕੇ ਖੋਲ੍ਹ ਦਿੱਤੇ। ਇਸ ਨਾਲ ਉਹਨਾਂ ਅੰਦਰ ਨਵਾਂ ਉਮਾਹ ਜਾਗ ਉੱਠਿਆ। ਖੇਤੀ ਦੀ ਨਵੀਂ ਤਕਨੀਕ ਨੇ ਸਿਰਫ ਕਿਸਾਨੀ ਦੇ ਆਰਥਿਕ ਜੀਵਨ ਦਾ ਹੀ ਕਾਇਆ ਕਲਪ ਨਹੀਂ ਕੀਤਾ, ਨਾਲ ਹੀ ਉਸ ਦੇ ਸੱਭਿਆਚਾਰ ਅਤੇ ਮਾਨਸਿਕਤਾ ਅੰਦਰ ਵੀ ਵੱਡੀ ਰੱਦੋ-ਬਦਲ ਦਾ ਅਮਲ ਛੇੜ ਦਿੱਤਾ। ਉਸਨੇ ਆਲਸ ਅਤੇ ਸਬਰ ਸੰਤੋਖ ਵਰਗੇ ਰਵਾਇਤੀ ਲੱਛਣਾਂ ਦਾ ਤਿਆਗ ਕਰਕੇ ਉਦਮੀ ਤੇ ਉਦਯੋਗੀ ਤਬਕੇ ਵਾਲੀਆਂ ਵਿਸ਼ੇਸ਼ਤਾਵਾਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਵੈ ਸੰਤੁਸ਼ਟੀ ਦੀ ਥਾਂ ਉਸ ਅੰਦਰ ਅੱਗੇ ਵਧਣ ਦੀਆਂ ਤੀਬਰ ਇੱਛਾਵਾਂ ਜਾਗ ਉੱਠੀਆਂ, ਕਿਉਂਕਿ ਉਸ ਨੂੰ ਅੱਗੇ ਵਧਣ ਦੇ ਮੌਕੇ ਸਾਫ਼ ਦਿਖਾਈ ਦੇਣ ਲੱਗ ਪਏ ਸਨ। ਇਸ ਕਰਕੇ ਉਸ ਅੰਦਰ ਰਸਤੇ ਦੀਆਂ ਰੁਕਾਵਟਾਂ ਸਰ ਕਰਨ ਦੀ ਲੋੜ ਦਾ ਤਿੱਖਾ ਅਹਿਸਾਸ ਅਤੇ ਇਰਾਦਾ ਜ਼ੋਰ ਫੜਨ ਲੱਗਾ। ਪਾਰਲੀਮਾਨੀ ਜਮਹੂਰੀ ਪ੍ਰਣਾਲੀ ਅੰਦਰ ਸੰਖਿਆ ਦੀ
ਨਿਰਣਾਇਕਤਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਸਿੱਖ ਕਿਸਾਨੀ ਲਈ ਰਾਜਸੀ ਤਾਕਤ ਦਾ ਟੀਚਾ ਪਹੁੰਚ ਤੋਂ ਪਰਾਂ ਦੀ ਗੱਲ ਨਹੀਂ ਸੀ ਰਹੀ। ਉਸ ਅੰਦਰ ਰਾਜ ਸੱਤਾ ਹਾਸਲ ਕਰਨ ਦੀ ਤੀਬਰ ਖਾਹਿਸ਼ ਨਹੀਂ ਨਿੱਗਰ ਆਸ਼ਾ ਵੀ ਜਾਗ ਪਈ ਸੀ। ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।